गुरु नानक साहब फरमाउंदे ने कि भंड जम्मीए भंड निमीए, भंडै होवे विआह, भंडै होवे दोस्ती ते भंडो चले राह। भंड मूआ भंड भालीए, भंड होवे बधान, सो क्यों मंदा आखिए जित जम्मे राजान। ਅਸੀਂ ਜ਼ਿੰਦਗੀ ਦੇ ਹਰ ਪਲ ਜਿਹੜਾ ਜਦੋਂ ਵੀ ਗੱਲ ਕਰਦੇ ਹਾਂ ਤਾਂ ਇਹ ਗੱਲ ਕਰਦੇ ਹਾਂ ਕਿ ਔਰਤ ਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡੀ ਉਹਦੀ ਦੇਣ ਹੈ। ਔਰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਸਾਡੇ ਗ੍ਰੰਥਾਂ ਦੇ ਵਿੱਚ ਉਹਨੂੰ ਇੱਕ ਬਹੁਤ ਉੱਚੀ ਸਥਾਨ ਜਿਹੜਾ ਉਹ ਦਿੱਤਾ ਹੈ। ਪਰ ਕੀ ਸੱਚਮੁੱਚ ਅੱਜ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਆਪਣੇ ਗੁਰੂਆਂ ਦੇ ਵਾਰਸ ਬਣਦੇ ਹਾਂ, ਗੁਰਬਾਣੀ ਦੀ ਗੱਲ ਕਰਦੇ ਹਾਂ, ਵੇਦਾਂ ਦੀ ਗੱਲ ਕਰਦੇ ਹਾਂ, ਤਾਂ ਕਿ ਸੱਚਮੁੱਚ ਉਹ ਉਪਦੇਸ਼ ਉਹ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਢਾਲੇ ਨੇ? ਇਸ ਬਾਰੇ ਗੱਲ ਕਰਾਂਗੇ ਅਸੀਂ ਅੱਜ ਕਿ ਸਾਡੀ ਜਿਹੜੀ ਪੇਂਡੂ ਔਰਤ ਹੈ, ਪਿੰਡਾਂ ਦੇ ਵਿੱਚ ਜਿਹੜੀ ਔਰਤ ਰਹਿ ਰਹੀ ਹੈ, ਘਰਾਂ ਦੇ ਵਿੱਚ ਹੈ, ਵੱਖ-ਵੱਖ ਰੂਪ ਦੇ ਵਿੱਚ ਉਹ ਰਹਿ ਰਹੀ ਹੈ, ਉਹਦੀ ਸਥਿਤੀ ਅੱਜ ਹਜ਼ਾਰਾਂ ਸਾਲਾਂ ਬਾਅਦ ਕੀ ਹੈ, ਜਦੋਂ ਅਸੀਂ ਆਜ਼ਾਦੀ ਦੇ ਇੰਨੇ ਵਰਿਆਂ ਤੋਂ ਬਾਅਦ ਬਹੁਤ ਸਾਰੀਆਂ ਹੁਣ ਤੱਕ ਸਕੀਮਾਂ ਲਾਗੂ ਕਰ ਚੁੱਕੇ ਹਾਂ, ਬਹੁਤ ਕੁਝ ਸਾਡੇ ਕੋਲ ਪੜ੍ਹਾਈ ਆ ਚੁੱਕੀ ਹੈ, ਹੁਣ ਕੀ ਔਰਤ ਦੀ ਸਥਿਤੀ ਹੈ? ਸੋ ਇਸ ਬਾਰੇ ਗੱਲਬਾਤ ਕਰਨ ਲਈ ਅਸੀਂ ਡਾਕਟਰ ਅਨੁਪਮਾ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਇਕਨੋਮਿਕਸ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਨੇ, ਉਹਨਾਂ ਨੂੰ ਸੱਦਾ ਦਿੱਤਾ ਹੈ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਪਟਿਆਲਾ ਦਰਪਣ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਗੱਲ ਸ਼ੁਰੂਆਤ ਹੀ ਕੀਤੀ ਹੈ, ਜਦੋਂ ਅਸੀਂ ਆਪਣੇ ਪੇਂਡੂ ਸਮਾਜ ਵਿੱਚ ਵੇਖਦੇ ਹਾਂ ਕਿ ਸਾਡੇ ਔਰਤ ਦੀ ਸਥਿਤੀ ਜਿਹੜੀ ਹੈ ਉਹ ਕੁਝ ਪੱਧਰ 'ਤੇ ਤਾਂ ਲੱਗਦਾ ਹੈ ਕਿ ਉਹਦਾ ਸੁਧਾਰ ਹੋਇਆ ਹੈ, ਪਰ ਸਰਕਾਰਾਂ ਦੀਆਂ ਬਹੁਤ ਸਕੀਮਾਂ ਜਿਹੜੀਆਂ ਨੇ ਪਿਛਲੇ ਸਮਿਆਂ 'ਚ ਆਜ਼ਾਦੀ ਤੋਂ ਬਾਅਦ ਲਾਗੂ ਹੁੰਦੀਆਂ ਆਈਆਂ ਨੇ, ਵੱਖ-ਵੱਖ NGOs ਕੰਮ ਕਰਦੀਆਂ ਨੇ, ਫਿਰ ਸਟੇਟਸ ਗਵਰਨਮੈਂਟਸ ਵੀ ਆਪਣਾ ਕੰਮ ਕਰਦੀਆਂ ਨੇ, ਕੇਂਦਰ ਸਰਕਾਰ ਵੀ ਕਰਦੀ ਹੈ, ਲੇਕਿਨ ਇਸ ਦੇ ਬਾਵਜੂਦ ਹਾਲੇ ਬਹੁਤ ਕੁਝ ਲੱਗਦਾ ਹੈ ਕਿ ਧਰਾਤਲ ਦੇ ਉੱਤੇ ਨਹੀਂ ਬਦਲਿਆ। ਤੁਸੀਂ ਕਿਉਂਕਿ ਸਰਵੇਖਣ ਕੀਤੇ ਹੈ, ਇਸ ਵਿਭਾਗ ਨਾਲ ਜੁੜੇ ਰਹੇ ਹੋ ਵੱਖ-ਵੱਖ ਪੱਧਰ ਦੇ ਉੱਤੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਜਿਵੇਂ ਦੱਸਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਸੁਸਾਈਡਸ, ਖੁਦਕਸ਼ੀਆਂ ਹੋ ਰਹੀਆਂ ਨੇ ਅੱਜ ਕੱਲ੍ਹ, ਉਹਨਾਂ 'ਤੇ ਵੀ ਤੁਸੀਂ ਸਟੱਡੀ ਕੀਤੀ ਹੈ। ਸੋ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਜਿਹੜਾ ਇੱਕ ਪ੍ਰਭਾਵ ਹੈ ਸਮੁੱਚਾ, ਅਸੀਂ 47 ਤੋਂ ਲੈ ਕੇ ਅੱਜ ਤੱਕ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉਹਦੇ 'ਤੇ ਕਿਤੇ ਉੱਤਰ ਪਾਏ ਆ ਪੂਰੇ? ਅਸਲ 'ਚ ਜਦੋਂ ਆਪਾਂ ਤਬਦੀਲੀ ਨੂੰ ਜੇ ਆਪਾਂ ਦੇਖੀਏ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਵੀ ਕਿਹੜੇ ਮਾਣਕਾਂ ਤੋਂ ਆਪਾਂ ਦੇਖ ਰਹੇ ਹਾਂ, ਤਾਂ ਜਦੋਂ ਤਾਂ ਆਪਾਂ ਇਹੋ ਜਿਹਾ ਕੁਝ ਦੇਖਦੇ ਹਾਂ ਕਿ ਵੀ ਸਾਡੀ ਜਿਹੜੀ ਔਰਤ ਹੈ ਵੀ ਉਹਨੂੰ ਪਹਿਲਾਂ ਦੇ ਮੁਕਾਬਲੇ ਤੁਰਨ ਫਿਰਨ ਦੀ ਵਧੇਰੇ ਆਜ਼ਾਦੀ ਹੈ ਜੀ, ਤੇ ਉਹਦੇ ਵਿੱਚ ਸਾਡੀਆਂ ਕੁੜੀਆਂ ਵੱਧ ਪੜ੍ਹ ਰਹੀਆਂ ਨੇ, ਤਾਂ ਜਦੋਂ ਆਪਾਂ ਉਸ ਹਿਸਾਬ ਨਾਲ ਦੇਖਦੇ ਹਾਂ ਤਾਂ ਨਿਸ਼ਚੈ ਹੀ ਵੀ ਸਾਡੇ ਕੋਲੇ ਕੁਛ ਇੰਪਰੂਵਮੈਂਟ ਦੇ, ਸੁਧਾਰ ਦੇ ਸਾਡੇ ਜਿਹੜੇ ਹੈਗੇ ਸਾਡੇ ਕੋਲੇ ਬਹੁਤ ਸਾਰੇ ਇਹੋ ਜਿਹੇ ਸਾਨੂੰ ਮਤਲਬ ਜਿਹੜੇ ਚਿੰਨ੍ਹ ਨੇ ਉਹ ਦੇਖਣ ਨੂੰ ਮਿਲਦੇ ਆ। ਪਰ ਜਿਹੜਾ ਇੱਕ ਅੱਜ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਔਰਤ ਹੈ ਜਿਹੜੀ ਵੀ ਜਾਂ ਕਿਸੇ ਵੀ ਵਿਅਕਤੀ ਦੀ ਨੂੰ ਆਪਾਂ ਜਿਹੜਾ ਹੈਗਾ ਉਹਦੀ ਕਮਾਈ ਤੋਂ ਆਪਾਂ ਉਹਦੀ ਮਤਲਬ ਆਪਾਂ ਇਹ ਕਹੀਏ ਕਿ ਵੀ ਉਹ ਕੀ ਕਮਾ ਕੇ ਲੈ ਕੇ ਆਉਂਦਾ, ਕਿੰਨੀ ਉਹਦੀ ਆਮਦਨ ਹੈ, ਆਪਾਂ ਜਦੋਂ ਉਹਦੇ ਬੇਸ ਦੇ ਉੱਤੇ ਜਦੋਂ ਆਪਾਂ ਉਹਨੂੰ ਆਇਡੈਂਟੀਫਾਈ ਕਰਦੇ ਹਾਂ, ਫਿਰ ਸਾਨੂੰ ਔਰਤਾਂ ਨੇ ਜਿਹੜੀਆਂ ਉਹ ਕਾਫੀ ਪਛੜੀਆਂ ਹੋਈਆਂ ਦਿਖਦੀਆਂ ਨੇ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਵੀ ਹਜੇ ਉਹਨਾਂ ਨੂੰ ਜਿਸ ਗਤੀ ਦੇ ਉੱਤੇ ਸਾਡੀ ਜਿਹੜੀ ਅਰਥ ਵਿਵਸਥਾ ਸੁਧਰੀ ਹੈ ਉਸ ਗਤੀ ਦੇ ਉੱਤੇ ਉਹਨਾਂ ਨੂੰ ਬਰਾਬਰ ਓਨਾ ਹਿੱਸਾ ਨਹੀਂ ਮਿਲਿਆ ਜੀ। ਤੇ ਪਰ ਇਸ ਸਾਰੇ ਕੁਛ ਦੇ ਵਿੱਚ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਵੀ ਆਪਾਂ ਕੰਮ ਨੂੰ ਜੇ ਇਹ ਕਹੀਏ ਕਿ ਵੀ ਕੰਮ ਇੱਕ ਆਰਥਿਕ ਕਿਰਿਆ ਹੀ ਹੈ, ਵੀ ਕੰਮ ਹੈ ਜਿਹੜੀ ਵੀ ਉਹ ਆਪਾਂ ਸਿਰਫ ਜਿਹੜੀ ਕਮਾਈ ਕਰਕੇ ਲੈਂਦੀ ਹੈ, ਤਾਂ ਸਿਰਫ ਆਪਾਂ ਜੇ ਉਹਨੂੰ ਕੰਮ ਕਹਿੰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਵੀ ਔਰਤਾਂ ਦੇ ਸੰਬੰਧ ਦੇ ਵਿੱਚ ਤੇ ਹੋਰ ਵੀ ਸਾਡੇ ਜਿਹੜੇ ਮਤਲਬ ਵੱਡੇ ਟੱਬਰ ਜਿੱਥੇ ਕਿ ਸਾਂਝਾ ਕੰਮ ਹੁੰਦਾ ਤਾਂ ਉਹਦੇ ਵਿੱਚ ਵੀ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਸ ਕੰਮ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ ਜੀ। ਤਾਂ ਮੇਰੇ ਇਹਦੇ ਬਾਰੇ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਨੇ। ਇੱਕ ਤਾਂ ਮਤਲਬ ਆਪਾਂ ਇਹ ਨਾਰਮਲੀ ਜੇ ਤਾਂ ਇਹ ਕਹੀਏ ਕਿ ਵੀ ਇੱਕ ਪੂਰੀ ਆਪਾਂ ਇਹ ਕਹੀਏ ਵੀ ਕੰਮ ਹੈ ਜਿਹੜਾ ਉਹ ਇੱਕ ਆਰਥਿਕ ਗਤੀਵਿਧੀ ਹੈ, ਫਿਰ ਤਾਂ ਉਸ ਹਿਸਾਬ ਨਾਲ ਤਾਂ ਕੋਈ ਵੀ ਬੰਦਾ ਉਸ ਟੱਬਰ ਦੇ ਵਿੱਚ ਵੀ ਕੋਈ ਬੰਦਾ ਕੋਈ ਹੋਰ ਕੰਮ ਨਹੀਂ ਕਰ ਰਿਹਾ, ਬਸ ਸਿਰਫ ਇੱਕ ਮਾਲਕ ਹੈ ਜਿਹੜਾ ਉਹ ਕੰਮ ਕਰ ਰਿਹਾ। ਪਰ ਜੇ ਆਪਾਂ ਇਹ ਕੰਮ ਨੂੰ ਆਪਾਂ ਇਸ ਤਰ੍ਹਾਂ ਕਰੀਏ, ਜਿਵੇਂ ILO ਨੇ ਵੀ ਇਹਨੂੰ ਇਸ ਤਰ੍ਹਾਂ ਨਾਲ ਹੋ ਕੇ ਪ੍ਰਭਾਸ਼ਿਤ ਕੀਤਾ ਹੈ। ILO ਕਹਿੰਦਾ ਕਿ ਵੀ ਕੰਮ ਹਰੇਕ ਉਹ ਐਕਟੀਵਿਟੀ ਹੈ ਵੀ ਜਿਹੜੀ ਕਿ ਤੁਸੀਂ ਆਪਣੇ ਵਾਸਤੇ ਤੇ ਆਪਣੀਆਂ ਜ਼ਰੂਰਤਾਂ ਲਈ ਤੇ ਦੂਜਿਆਂ ਦੀਆਂ ਜ਼ਰੂਰਤਾਂ ਲਈ ਤੁਸੀਂ ਕਰਦੇ ਹੋ ਜੀ। ਤਾਂ ਮੈਂ ਇਹਨੂੰ ਹੋਰ ਅੱਗੋਂ ਕਲੈਰੀਫਾਈ ਕਰਨ ਵਾਸਤੇ ਆਮ ਕਰਕੇ ਮਤਲਬ ਮੈਂ ਇਸ ਤਰ੍ਹਾਂ ਸਪਸ਼ਟ ਕਰਦੀ ਹੁੰਦੀ ਹਾਂ ਵੀ ਕੰਮ ਸਾਡੀ ਉਹ ਗਤੀਵਿਧੀ ਹੈ ਵੀ ਜਿਹੜੀ ਕਿ ਸਾਡੇ ਤੋਂ ਵੱਖਰੀ ਕੀਤੀ ਜਾ ਸਕਦੀ ਹੋਵੇ ਤੇ ਪਰ ਫਿਰ ਵੀ ਹੋ ਸਕਦੀ ਹੋਵੇ। ਵੀ ਜਿਵੇਂ ਮਤਲਬ ਆਪਾਂ ਇਹ ਕਹੀਏ ਕਿ ਵੀ ਘਰ ਦੇ ਕੰਮ ਨੇ,
ਹੁਣ ਜਿਹੜਾ ਘਰੇਲੂ ਕੰਮ ਹੈ ਉਹ ਮਤਲਬ ਮੈਂ ਆਪਣੇ ਤੋਂ ਵੱਖਰਾ ਕਰਕੇ ਮੈਂ ਕਿਸੇ ਮੇਡ ਨੂੰ ਦੇ ਸਕਦੀ ਹਾਂ, ਉਹ ਹਜੇ ਵੀ ਹੋ ਸਕਦਾ, ਉਹ ਪੇਮੈਂਟ ਕਰਕੇ ਵੀ ਹੋ ਸਕਦਾ ਹੈ। ਜਾਂ ਮਤਲਬ ਜਿਵੇਂ ਤੁਸੀਂ ਕਹੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਬੀਵੀ ਨੂੰ, ਆਪਣੇ ਬੱਚਿਆਂ ਨੂੰ ਤੁਸੀਂ ਉਹਨਾਂ ਨੂੰ ਉਹਨਾਂ ਦੇ ਸਕੂਲ ਦੇ ਵਿੱਚ ਜਾਂ ਉਹਨਾਂ ਦੀ ਵਰਕ ਪਲੇਸ 'ਤੇ ਛੱਡ ਕੇ ਆਉਂਦੇ ਹੋ, ਤਾਂ ਇਹ ਤੁਹਾਡੀ ਐਬਸੈਂਸ ਵਿੱਚ ਵੀ ਹੋ ਸਕਦਾ ਜੇ ਕਿ ਤੁਸੀਂ ਇੱਕ ਮਤਲਬ ਜਿਹੜਾ ਹੈਗਾ ਇੱਕ ਡਰਾਈਵਰ ਰੱਖ ਲਓ ਜੀ, ਤਾਂ ਅਸੀਂ ਇਹਨੂੰ ਕੰਮ ਕਹਾਂਗੇ ਕਿਉਂਕਿ ਤੁਹਾਡੇ ਤੋਂ ਅਲੱਗਾ ਕੀਤਾ ਜਾ ਸਕਦਾ ਹੈ। ਤਾਂ ਹਰੇਕ ਉਹ ਗਤੀਵਿਧੀ ਕੰਮ ਹੈ। ਮੈਂ ਇਹਦੀ ਤੁਲਨਾ ਦੇ ਵਿੱਚ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਵੀ ਜਿਵੇਂ ਮੰਨ ਲਓ ਮੈਂ ਇਹ ਕਹਾਂ ਕਿ ਵੀ ਭਗਤੀ ਕਰਨੀ ਆ, ਆਪਾਂ ਪਾਠ ਪੂਜਾ ਕਰਨਾ ਜਾਂ ਆਪਾਂ ਯੋਗਾ ਕਰਨਾ, ਮਤਲਬ ਸਪਿਰਿਚੁਅਲਿਟੀ ਦੀ ਜਾਂ ਕੋਈ ਵੀ ਆਪਣੀ ਐਕਟੀਵਿਟੀ ਆਪਾਂ ਉਹ ਕਰਨੀ ਹੈ, ਉਹ ਨਹੀਂ ਵੱਖਰੀ ਕੀਤੀ ਜਾ ਸਕਦੀ ਕਿਉਂਕਿ ਉਹ ਆਪ ਹੀ ਕਰਨੀ ਪਊਗੀ। ਵੀ ਜੇ ਮੈਂ ਮਤਲਬ ਕਿਸੇ ਮੂਵੀ ਨੂੰ ਦੇਖ ਕੇ ਮੈਨੂੰ ਕੋਈ ਐਂਟਰਟੇਨਮੈਂਟ ਕਰਨੀ ਹੈ, ਮੈਂ ਇਹ ਨਹੀਂ ਕਹਿ ਸਕਦੀ ਹੈਗੀ ਕਿ ਮੈਂ ਇੱਕ ਹਾਇਰਡ ਬੰਦਾ ਰੱਖਾਂ, ਮੈਂ ਉਹਨੂੰ ਕਹਾਂ ਤੂੰ 50 ਰੁਪਏ ਲੈ ਲੈ, ਤੂੰ ਮੇਰੀ ਥਾਂ ਤੇ ਮੂਵੀ ਦੇਖ ਲੈ ਤੇ ਮੈਨੂੰ ਉਸ ਮੂਵੀ ਜਿੰਨਾ ਸਵਾਦ ਆ ਜਾਊਗਾ। ਵੀ ਜਾਂ ਮਤਲਬ ਵੀ ਮੈਂ ਉਸ ਬੰਦੇ 50 ਰੁਪਏ ਦੇ ਕੇ ਕਿਸੇ ਬੰਦੇ ਨੂੰ ਕਹਾਂ ਕਿ ਤੂੰ ਮੇਰੀ ਥਾਂ ਤੇ ਭਗਤੀ ਕਰ ਲੈ, ਸੈਰ ਮੈਨੂੰ ਆਪ ਕਰਨੀ ਪਊਗੀ, ਯੋਗਾ ਮੈਨੂੰ ਆਪ ਕਰਨਾ ਪਊਗਾ, ਮੈਨੂੰ ਭਗਤੀ ਆਪ ਕਰਨੀ ਪਊਗੀ। ਤਾਂ ਉਹ ਚੀਜ਼ਾਂ ਕਿਉਂਕਿ ਮੇਰੇ ਤੋਂ ਅਲੱਗਾ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਅਸੀਂ ਉਹਨਾਂ ਨੂੰ ਕੰਮ ਨਹੀਂ ਗਿਣਦੇ। ਡਾਕਟਰ ਸਾਹਿਬ, ਜਿਹੜੀਆਂ ਕੁਝ ਸਥਿਤੀਆਂ ਸਾਡੀਆਂ ਪਹਿਲਾਂ ਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਕਿ ਔਰਤ ਨੂੰ 4 ਦੀਵਾਰੀ ਦੇ ਵਿੱਚ ਰਹਿਣਾ ਪੈਂਦਾ ਸੀ, ਪਰਦੇ 'ਚ ਰਹਿਣਾ ਪੈਂਦਾ ਸੀ, ਫਿਰ ਉਹਨੂੰ ਬਾਹਰ ਜਾਣ ਦੇ ਮੌਕੇ ਬਹੁਤ ਘੱਟ ਮਿਲਦੇ ਸੀ, ਆਪਣੇ ਪਹਿਨਣ ਲਈ ਜਿਹੜਾ ਉਹ ਜੋ ਕੁਛ ਲਿਆ ਦਿੱਤਾ ਉਹੀ ਹੁੰਦਾ ਸੀ। ਇਸ ਤੋਂ ਇਲਾਵਾ ਪੜ੍ਹਾਈ ਦੇ ਮੌਕੇ ਜਿਹੜੇ ਆ ਉਹ ਬਹੁਤ ਘੱਟ ਸੀ, ਲੇਕਿਨ ਦੂਸਰੇ ਪਾਸੇ ਨਾਲ ਹੀ ਉਹ ਘਰ ਦੇ ਕੰਮਾਂ 'ਚ ਹੀ ਜਿਹੜੀ ਆ ਉਹ ਰੁੱਝੀ ਰਹਿੰਦੀ ਸੀ। ਸਵੇਰੇ ਸਭ ਤੋਂ ਪਹਿਲਾਂ ਉੱਠਣਾ, ਹਾਂਜੀ, ਔਰ ਸਭ ਤੋਂ ਬਾਅਦ ਰਾਤ ਨੂੰ ਸੌਣਾ, ਖਾਣਾ ਸਭ ਨੂੰ ਖਵਾਉਣਾ, ਫਿਰ ਸਭ ਤੋਂ ਬਾਅਦ ਖਾਣਾ, ਔਰ ਜਿਹੜਾ ਬਚ ਗਿਆ ਉਹੀ ਖਾਣਾ, ਔਰ ਕਦੇ ਸ਼ਿਕਾਇਤ ਨਹੀਂ ਕਰਨੀ ਕਿ ਜੇ ਘਰ ਦੇ ਵਿੱਚ ਕੁਝ ਮਿੱਠਾ ਬਣਿਆ ਸੀ ਤੇ ਉਹ ਪ੍ਰਾਹੁਣਿਆਂ ਨੂੰ ਹੀ ਸਾਰਾ ਵਰਤਾਇਆ ਗਿਆ ਤੇ ਉਹਨੂੰ ਨਹੀਂ ਮਿਲਿਆ ਤਾਂ ਉਹਦੀ ਵੀ ਕਦੇ ਉਹ ਸ਼ਿਕਾਇਤ ਨਹੀਂ ਸੀ ਕਰਦੀ। ਔਰ ਇਹ ਵੀ ਸਾਹਮਣੇ ਆਇਆ ਸਰਵੇਖਣਾਂ ਤੋਂ, ਇਹ ਤੇ ਅੰਤਰਰਾਸ਼ਟਰੀ ਪੱਧਰ ਤੇ ਆਇਆ ਜਦੋਂ ਵਿਕਾਸਸ਼ੀਲ ਦੇਸ਼ ਜਿਹੜੇ ਨੇ ਉਹਨਾਂ ਦਾ ਹੋਇਆ ਕਿ ਉਹਨਾਂ ਦੀਆਂ ਔਰਤਾਂ ਦੇ ਵਿੱਚ ਜਿਹੜੀਆਂ ਉਹ ਬਹੁਤ ਕਿਸਮ ਦੀਆਂ ਕਮੀਆਂ ਸਰੀਰਕ ਤੌਰ ਤੇ ਉਹ ਉਹਨਾਂ 'ਚ ਹੋਈਆਂ, ਜਿਹਦੇ ਕਰਕੇ ਬੱਚਾ ਪੈਦਾ ਹੋਣ ਸਮੇਂ ਹੀ ਮਾਂ ਦਾ ਮਰ ਜਾਣਾ, ਬੱਚੇ ਦਾ ਮਰ ਜਾਣਾ, ਜਾਂ ਉਸ ਤੋਂ ਬਾਅਦ ਔਰਤ ਵਿੱਚ ਬਿਮਾਰੀਆਂ ਆ ਜਾਣੀਆਂ। ਇਹ ਬਹੁਤ ਸਾਰਾ ਕੁਝ ਅਸੀਂ ਹੰਢਾ ਚੁੱਕੇ ਹੋਏ ਹਾਂ। ਇਹਦੇ ਪ੍ਰਤੀ ਕੁਝ ਸਾਡੇ ਤੁਹਾਨੂੰ ਲੱਗਦਾ ਹੈ ਕਿ ਕਿੰਨੀ ਕੁ ਤਬਦੀਲੀ ਅਸੀਂ ਇਸ ਤਰ੍ਹਾਂ ਦੇ ਪਰਿਪੇਖ ਦੇ ਵਿੱਚ ਕਰ ਪਾਏ ਹਾਂ? ਜਿਹੜੀਆਂ ਮਤਲਬ ਇਹ ਸਾਰੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਵੀ ਖਾਸ ਕਰਕੇ ਜੇ ਆਪਾਂ ਹੈਲਥ ਵਾਲੀ ਗੱਲ ਦੇ ਉੱਤੇ ਕਹੀਏ ਤਾਂ ਜਿਹੜਾ ਹੈਲਥ ਦਾ ਗੱਲ ਹੈ ਉਹ ਸਾਡੀ ਉਹਦਾ ਸੁਧਾਰ ਹੈ ਜਿਹੜਾ ਉਹ ਸਾਰਿਆਂ ਵਾਸਤੇ ਬਰਾਬਰ ਦਾ ਹੋਇਆ, ਜਾਂ ਕਹਿ ਲਓ ਕਿ ਵੀ ਸੁਧਾਰ ਓਵਰਆਲ ਹੋਇਆ, ਪਰ ਔਰਤਾਂ ਵਾਸਤੇ ਹਜੇ ਉਨਾ ਸੁਧਾਰ ਹੈ ਜਿਹੜਾ ਉਹਨਾਂ ਦੀ ਆਪਾਂ ਕਹੀਏ ਕਿ ਵੀ ਉਹਦੇ ਸਿੱਟੇ ਉਹਨੇ ਉਹ ਜਿਹੇ ਨਹੀਂ ਨਿਕਲੇ ਜਿਹੇ ਹੋਣੇ ਚਾਹੀਦੇ ਸੀਗੇ। ਕੀ ਕਾਰਨ ਵੀ ਜਦੋਂ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਸਾਰਿਆਂ ਲਈ ਇੱਕੋ ਜਿਹਾ ਆਇਆ, ਹਸਪਤਾਲ ਸਾਰਿਆਂ ਲਈ ਬਣੇ, ਸਕੂਲ ਸਭ ਦੇ ਵਾਸਤੇ ਖੁੱਲੇ, ਸਾਰਾ ਕੁਝ ਖੁੱਲੇ, ਘਰ ਵਿੱਚ ਵੀ ਖਾਣ ਵਾਸਤੇ ਸਾਰਿਆਂ ਵਾਸਤੇ ਆਉਂਦਾ ਹੈ, ਫਿਰ ਔਰਤ ਦੇ ਉੱਤੇ ਇਹਦਾ ਪ੍ਰਭਾਵ ਕਿਉਂ ਨਹੀਂ ਪਿਆ? ਦੇਖੋ ਮੈਂ ਜੇ ਕਹਾਂ ਕਿ ਵੀ ਜਿਹੜਾ ਸਾਡਾ ਮੌਜੂਦਾ ਢਾਂਚਾ ਹੈ, ਜਿਹੜਾ ਕਿ ਆਪਾਂ ਜਿਵੇਂ ਆਪਾਂ ਇਹ ਕਿਹਾ ਵੀ ਆਰਥਿਕਤਾ ਹੈ ਜਿਹੜੀ ਉਹ ਸਾਡੀ ਬਹੁਤ ਮੁਨਾਫੇ ਨਾਲ, ਲਾਭ ਨਾਲ, ਕਮਾਈ ਨਾਲ ਜੁੜਿਆ ਹੋਇਆ ਆਰਥਿਕ ਢਾਂਚਾ ਹੈ। ਹੁਣ ਇਸ ਆਰਥਿਕ ਢਾਂਚੇ ਦੇ ਵਿੱਚ ਹੁੰਦਾ ਕੀ ਹੈ ਕਿ ਵੀ ਮੰਨ ਲਓ ਆਪਾਂ ਕਹੀਏ ਵੀ ਕਿਸੇ ਦੀ ਉਜਰਤ ਕਿਵੇਂ ਤੈਅ ਹੁੰਦੀ ਹੈ, ਮੈਂ ਜੇ ਉਸ ਗੱਲ ਦੇ ਉੱਤੇ ਆਵਾਂ ਨਾ ਤਾਂ ਮੈਂ ਉਹਦੇ ਨਾਲ ਬਾਅਦ ਵਿੱਚ ਇਸ ਗੱਲ ਨੂੰ ਜੋੜਦੀ ਹਾਂ, ਹੈ ਨਾ। ਤਾਂ ਜਿਹੜੇ ਕਿਸੇ ਬੰਦੇ ਦੀ ਉਜਰਤ ਤੈਅ ਹੁੰਦੀ ਆ ਤਾਂ ਉਹਦੇ ਵਾਸਤੇ ਜਿਹੜੇ ਬੜੇ ਟ੍ਰੈਡੀਸ਼ਨਲ ਜਿਹੇ ਰਵਾਇਤੀ ਜਿਹੇ ਜਿਹੜੇ ਮਤਲਬ ਸਾਡੇ ਮਾਪਦੰਡ ਨੇ ਉਹ ਇਹ ਨੇ ਕਿ ਵੀ ਅਸੀਂ ਰੋਟੀ ਕੱਪੜਾ ਮਕਾਨ ਦੇ ਜਿਹੜੇ ਖਰਚੇ ਨੇ ਉਹ ਦੇਖ ਲੈਂਦੇ ਹਾਂ, ਠੀਕ ਹੈ ਵੀ ਮਤਲਬ ਇਹ ਨਾਰਮਲ ਆਪਣਾ ਇੱਕ ਹੈਗਾ ਵੀ ਰੋਟੀ ਜਿਹੜੀ ਹੈਗੀ ਸਧਾਰਨ ਰੋਟੀ ਸਾਡਾ ਉਹਦਾ ਕਿੰਨਾ ਖਰਚਾ ਬਣਦਾ ਹੈ, ਤੇ ਸਧਾਰਨ ਜਿਹੜੀ ਹੈਗੀ ਸਾਡੀ ਹਾਊਸਿੰਗ ਆ ਉਹਦਾ ਕਿੰਨਾ ਖਰਚਾ ਬਣਦਾ, ਤੇ ਕੱਪੜਿਆਂ ਦਾ ਕਿੰਨਾ ਖਰਚਾ ਬਣਦਾ, ਆਪਾਂ ਉਹਨੂੰ ਜੋੜ ਕੇ ਆਪਾਂ ਮਿਨੀਮਮ ਵੇਜ ਆ ਜਿਹੜਾ ਉਹਨੂੰ ਆਪਾਂ ਨਿਰਧਾਰਿਤ ਕਰ ਲੈਂਦੇ ਹਾਂ। ਹੁਣ ਗੱਲ ਇਹ ਹੈ ਕਿ ਵੀ ਜਿਹੜਾ ਰੋਟੀ ਘਰ ਦੇ ਵਿੱਚ ਆਉਂਦੀ ਹੈ, ਮੰਨ ਲਓ ਆਪਾਂ ਅਨਾਜ ਦਾ ਮੁੱਲ ਵਿੱਚ ਪਾ ਲਿਆ, ਆਪਾਂ ਸਬਜ਼ੀਆਂ ਦਾ ਮੁੱਲ ਉਹਦੇ ਵਿੱਚ ਪਾ ਲਿਆ, ਘਿਓ ਦਾ ਮੁੱਲ ਵਿੱਚ ਪਾ ਲਿਆ, ਤਾਂ ਉਹ ਆਪਾਂ ਸਿੱਧਾ ਤਾਂ ਖਾ ਨਹੀਂ ਲੈਣਾ, ਉਹਨੂੰ ਪ੍ਰੋਸੈਸ ਕਰਨਾ ਪਊਗਾ ਨਾ ਜੀ। ਉਹ ਪ੍ਰੋਸੈਸ ਕਰਨ ਦੇ ਵਿੱਚ ਜਿਹੜੀ ਲੇਬਰ ਲੱਗਣੀ ਹੈ, ਅਸੀਂ ਉਸ ਲੇਬਰ ਨੂੰ ਕਦੇ ਵੀ ਅਸੀਂ ਜਿਹੜੀ ਨਿਊਨਤਮ ਮਜ਼ਦੂਰੀ ਉਹਦੇ 'ਚ ਸ਼ਾਮਲ ਨਹੀਂ ਕਰਦੇ ਜੀ। ਹੁਣ ਉਹ ਲੇਬਰ ਜਿਹੜੀ ਹੈਗੀ ਆ ਉਹ ਔਰਤ ਦੀ ਕੰਟਰੀਬਿਊਸ਼ਨ ਵੀ ਹੈ, ਉਹ ਔਰਤ ਦੀ ਬੰਦਸ਼ ਵੀ ਹੈ, ਤੇ ਉਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਉਹ ਔਰਤ ਹੈ ਜਿਹੜੀ ਵੀ ਉਹ ਕਿਉਂਕਿ ਉਹ ਸਾਰੇ ਕੁਝ ਦੇ ਵਿੱਚ ਬੰਨੀ ਹੋਈ ਹੈ, ਉਹਨੇ ਉਹਦੇ ਵਿੱਚ ਵੈਲਿਊ ਐਡ ਕਰਨੀ ਹੈ। ਜਿਹੜਾ ਤੁਸੀਂ ਆਟਾ ਲੈ ਆਏ, ਜਿਹੜੀ ਤੁਸੀਂ ਕੱਚੀ ਸਬਜ਼ੀ ਲੈ ਆਏ, ਉਹਦੇ ਵਿੱਚ ਉਹਨੇ ਵੈਲਿਊ ਐਡ ਕਰਨੀ ਹੈ। ਉਹ ਵੈਲਿਊ ਐਡ ਸਾਡਾ ਸਿਸਟਮ ਨਹੀਂ ਸਾਨੂੰ ਉਹਦੀ ਉਹ ਉਜਰਤ ਨਹੀਂ ਦਿੰਦਾ ਹੈਗਾ ਜੀ ਜੀ। ਤੇ ਜਦੋਂ ਉਹ ਉਜਰਤ ਉਹਨੂੰ ਨਹੀਂ ਮਿਲਦੀ ਤਾਂ ਉਹਦੇ ਵਾਸਤੇ ਜਿਹੜੇ ਹੈਗੇ ਬਾਕੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਰਸਤੇ ਨੇ ਉਹ ਬੰਦ ਨੇ। ਉਹ ਕਿਹਦੇ ਸਿਰ ਦੇ ਉੱਤੇ? ਕਿਉਂਕਿ ਇਕਨੋਮਿਕ ਇੰਪਾਵਰਮੈਂਟ ਆ ਜਿਹੜੀ ਉਹ ਪਹਿਲੀ ਸ਼ਰਤ ਆ ਜੀ। ਤਾਂ ਇਕਨੋਮਿਕ ਇੰਪਾਵਰਮੈਂਟ ਉਹਦੇ ਕੋਲੇ ਆਪਦੇ ਕੋਲ ਆਰਥਿਕ ਸਾਧਨ ਹੋਣਗੇ, ਕਿਉਂਕਿ ਜਿਵੇਂ ਹੁਣ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਵੀ ਉਹ ਅਖੀਰ ਵਿੱਚ ਖਾਂਦੀ ਆ, ਉਹ ਸਭ ਕੁਝ ਉਹ ਖਾਂਦੀ ਹੈ ਕਿਉਂਕਿ ਉਹਦੇ ਕੋਲੇ ਕਿਸੇ ਕਿਸਮ ਦੇ ਸਾਧਨ ਹੀ ਹੈ ਨਹੀਂ।
ਨਾ ਉਹਦੇ ਕੋਲੇ ਮਤਲਬ ਮਤਲਬ ਜੇ ਆਪਾਂ ਇਹ ਕਹੀਏ ਵੀ ਘਰਾਂ ਦੇ ਵਿੱਚ ਚੰਗੇ ਘਰਾਂ ਦੇ ਵਿੱਚ ਵੀ ਪ੍ਰਾਪਰਟੀ ਆ ਜਿਹੜੀ ਉਹ ਔਰਤ ਦੇ ਨਾਮ ਦੇ ਉੱਤੇ ਨਹੀਂ ਹੈਗੀ ਜੀ। ਉਹਦੇ ਕੋਲੇ ਵਿੱਦਿਆ ਨਹੀਂ ਹੈਗੀ, ਜੇ ਉਹ ਵਿੱਦਿਆ ਤੋਂ ਵੀ ਹੋਣੀ ਹੈ, ਜੇ ਉਹਦੇ ਕੋਲੇ ਕਿਸੇ ਕਿਸਮ ਦੀ ਵਿੱਦਿਆ ਹੈਗੀ ਆ ਤਾਂ ਉਹ ਉਸ ਵਿੱਦਿਆ ਨੂੰ ਉਹ ਆਪਣੇ ਜੌਬ ਮਾਰਕੀਟ ਵਿੱਚ ਯੂਜ਼ ਨਹੀਂ ਕਰ ਸਕਦੀ ਹੈਗੀ। ਡਾਕਟਰ ਸਾਹਿਬ ਹੁਣ ਕਾਫੀ ਹੱਦ ਤੱਕ ਜਿਹੜਾ ਉਹ ਵਿੱਦਿਆ ਦਾ ਜਿਹੜਾ ਪਸਾਰ ਹੋਇਆ, ਲੜਕੀਆਂ ਅਸੀਂ ਦੇਖਿਆ ਕਾਲਜਾਂ 'ਚ ਵੀ ਪੜ੍ਹ ਰਹੀਆਂ ਨੇ, ਯੂਨੀਵਰਸਿਟੀਆਂ 'ਚ ਵੀ ਪੜ੍ਹ ਰਹੀਆਂ ਨੇ, ਬਾਹਰਲੇ ਮੁਲਕਾਂ 'ਚ ਵੀ ਜਾ ਕੇ ਪੜ੍ਹ ਰਹੀਆਂ ਨੇ। ਹਾਂ, ਇਹ ਗੱਲ ਵੱਖਰੀ ਆ ਕਿ ਉਹ ਬਹੁਤ ਥੋੜ੍ਹੀ ਗਿਣਤੀ ਹੈਗੀ ਆ, ਪਰ ਇੱਕ ਵੱਡੀ ਗਿਣਤੀ ਹਾਲੇ ਵੀ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਤੋਂ ਵਾਂਝੀ ਹੈ? ਵਿੱਦਿਆ ਦੇ ਕੇਸ ਵਿੱਚ ਹੁਣ ਗੱਲ ਇਹ ਹੈ ਕਿ ਵੀ ਜੇ ਆਪਾਂ ਐਂ ਕਹੀਏ ਕਿ ਵੀ ਵਿੱਦਿਆ ਹਾਸਲ ਕੀਤੀ ਹੈ ਨਾ, ਵਿੱਦਿਆ ਹਾਸਲ ਕਰਨ ਦੇ ਵਿੱਚ ਕੁੜੀਆਂ ਅੱਗੇ ਆ ਰਹੀਆਂ ਨੇ। ਹਾਇਰ ਐਜੂਕੇਸ਼ਨ ਦੇ ਵਿੱਚ ਵੀ ਜੇ ਅਸੀਂ ਯੂਨੀਵਰਸਿਟੀਆਂ ਵਿੱਚ ਵੀ ਦੇਖਦੇ ਹਾਂ ਤਾਂ ਸਾਡੇ ਕੋਲੇ ਵੀ ਮੇਰੀ ਹੀ ਕਲਾਸ ਦੇ ਵਿੱਚ ਕੁੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਆਲਮੋਸਟ ਮਤਲਬ ਮੈਂ ਇਹ ਕਹਾਂ ਕਿ ਵੀ 75% ਕੁੜੀਆਂ ਹੁੰਦੀਆਂ ਨੇ ਤੇ 25% ਮੁੰਡੇ ਹੁੰਦੇ ਆ। ਪਰ ਬਹੁਤ ਸਾਰੀਆਂ ਥਾਵਾਂ ਜਿਵੇਂ ਕਿ ਜਿਹੜੇ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਤੇ ਉਹਦੇ ਵਿੱਚ ਹਜੇ ਕੁੜੀਆਂ ਦੀ ਸ਼ਮੂਲੀਅਤ ਉਨੀ ਨਹੀਂ ਹੋਈ, ਜਾਂ ਆਪਾਂ ਐਂ ਕਹਿ ਦਈਏ ਕਿ ਕੁੜੀਆਂ ਨੇ ਜਿਹੜੀਆਂ ਜੇ ਉਹਨਾਂ ਨੇ ਐਜੂਕੇਸ਼ਨ ਹਾਸਲ ਵੀ ਕੀਤੀ ਤਾਂ ਉਹ ਹਜੇ ਜੌਬ ਮਾਰਕੀਟ ਦੇ ਵਿੱਚ ਉਵੇਂ ਨਹੀਂ ਆਉਣ ਲੱਗੀਆਂ ਹੋਈਆਂ ਜੀ। ਵੀ ਜਿਵੇਂ ਆਪਾਂ ਜਦੋਂ ਇਹ ਗੱਲ ਕਰਦੇ ਹਾਂ ਤਾਂ ਪਿਛਲੇ ਸਾਲਾਂ ਦੇ ਵਿੱਚ ਹੁਣ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਦੇਸ਼ ਆ ਜਿਹੜਾ ਉਹ ਤਰੱਕੀ ਕਰ ਰਿਹਾ, ਆਪਾਂ ਹਰੇਕ ਪਾਸਿਓਂ ਆਪਾਂ ਆਪਣੇ ਵਾਧਾ ਹੋ ਰਿਹਾ ਏ, ਤਾਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਸਾਡਾ ਹੁਣ ਲੇਟੈਸਟ ਸਰਵੇ ਆਇਆ ਆਪਣਾ ਰੁਜ਼ਗਾਰ ਦਾ, ਉਹਦੇ ਵਿੱਚ ਖਾਸ ਕਰਕੇ ਪੇਂਡੂ ਔਰਤਾਂ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਅਸੀਂ ਅੱਧੇ ਰਹਿ ਗਏ। ਜਿਹੜੀ ਲੇਬਰ ਫੋਰਸ ਪਾਰਟਿਸਪੇਸ਼ਨ ਔਰਤਾਂ ਦੀ ਹੈ ਉਹ ਪਹਿਲਾਂ 43% ਸੀਗੀ, ਹੁਣ ਉਹ ਮਤਲਬ 94-95 ਦੇ ਵਿੱਚ ਜਦੋਂ ਅਸੀਂ ਲਿਬਰਲਾਈਜੇਸ਼ਨ ਦਾ ਦੌਰ ਸਾਡੇ ਕੋਲੇ ਆਇਆ, ਜਿਹਦੇ ਦੌਰਾਨ ਅਸੀਂ ਮੰਨਿਆ ਜਾਂਦਾ ਹੈ ਕਿ ਵੀ ਬਹੁਤ ਸਾਰੀਆਂ ਤਰੱਕੀ ਵਾਲੀਆਂ ਜਿਹੜੀਆਂ ਸਕੀਮਾਂ ਆਈਆਂ, ਤੇ ਉਹ ਜਿਹੜਾ ਹੁਣ ਵਾਲਾ ਲੇਬਰ ਫੋਰਸ ਸਰਵੇ ਆਇਆ 2017-18 ਦਾ ਤਾਂ ਉਹ ਸਾਰੀ 23% ਰਹਿ ਗਈ। ਔਰਤਾਂ ਦੀ ਲੇਬਰ ਜਿਹੜੀ ਹੈ ਉਹਦੀ ਲੇਬਰ ਫੋਰਸ ਪਾਰਟਿਸਪੇਸ਼ਨ ਰੇਟ ਆ ਜਿਹੜਾ ਉਹਨਾਂ ਦਾ ਉਹ 43% ਤੋਂ ਘਟ ਕੇ 23% ਰਹਿ ਗਿਆ ਪੇਂਡੂ ਔਰਤਾਂ ਦਾ। ਇਹ ਜਿਹੜਾ 20% 21% ਕਿੱਥੇ ਗਿਆ ਹੈ? ਇਹਦੇ ਬਾਰੇ ਹੁਣ ਕਈ ਤਰ੍ਹਾਂ ਦੀਆਂ ਜਸਟੀਫਿਕੇਸ਼ਨ ਹੈ। ਵੈਸੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਓਵਰਆਲ ਫਾਲ ਹੈ, ਵੀ ਮਰਦਾਂ ਦੀ ਵੀ ਘਟੀ ਹੈ ਜੀ, ਕਿਉਂਕਿ ਮਰਦਾਂ ਦਾ ਰੁਜ਼ਗਾਰ ਦੇ ਵਿੱਚ ਵੀ ਕਮੀ ਆਈ ਹੈ, ਮਰਦਾਂ ਦੀ ਲੇਬਰ ਫੋਰਸ ਪਾਰਟਿਸਪੇਸ਼ਨ ਵਿੱਚ ਵੀ ਕਮੀ ਆਈ ਹੈ, ਪਰ ਔਰਤਾਂ ਦੀਆਂ ਪੇਂਡੂ ਔਰਤਾਂ ਦੇ ਵਿੱਚ ਮਤਲਬ ਕਾਫੀ ਕਮੀ ਹੈ। ਸੋ ਇਹ ਵੀ ਸਾਨੂੰ ਲੱਗਦਾ ਕਿ ਸਾਡੇ ਮਨ ਦੇ ਵਿੱਚ ਤੌਖਲਾ ਪੈਦਾ ਹੋ ਸਕਦਾ ਹੈ, ਸਾਡੇ ਦੇਖਣ ਵਾਲਿਆਂ ਦੇ ਵੀ, ਕਿ ਇਹ ਜਿਹੜਾ 1% ਘਟਿਆ ਹੈ ਇਹ ਫਿਰ ਸ਼ਹਿਰਾਂ ਦੇ ਵਿੱਚ ਚਲਿਆ ਗਿਆ ਜਾਂ ਇਹ ਕਿਤੇ ਹੋਰ ਟਰਾਂਸਫਰ ਹੋ ਗਈ ਹੈ ਇਹ ਲੇਬਰ ਜਾਂ ਇਹ ਲੋਕ? ਇਹਦੇ ਵਿੱਚ ਹੁਣ ਇਹ ਹੈ ਕਿ ਵੀ ਮਤਲਬ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ, ਕੁਛ ਤਾਂ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਵੀ ਕਿਉਂਕਿ ਲੋਕਾਂ ਦੀ ਆਮਦਨ ਵਧਣ ਲੱਗ ਗਈ, ਵੀ ਜਦੋਂ ਆਮਦਨ ਵੱਧਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਬੱਚੇ ਨੂੰ ਉਹ ਤੋਂ ਕੰਮ ਕਰਾਉਣਾ ਬੰਦ ਕਰ ਦਿੰਦੇ ਆ, ਤੇ ਦੂਜਾ ਕਦਮ ਸਾਡਾ ਇਹ ਹੁੰਦਾ ਵੀ ਅਸੀਂ ਔਰਤ ਤੋਂ ਕੰਮ ਕਰਾਉਣਾ। ਸੋ ਇਹ ਕਿ ਔਰਤਾਂ ਤੋਂ ਕੰਮ ਕਰਾਉਣਾ ਬੰਦ ਹੋ ਗਿਆ? ਨਹੀਂ, ਮਤਲਬ ਇਹ ਇੱਕ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ। ਦੂਜੀ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ ਕਿ ਵੀ ਮਤਲਬ ਸਾਡੀਆਂ ਜਿਹੜੀਆਂ ਕੁੜੀਆਂ ਨੇ, ਸਾਡੀਆਂ ਧੀਆਂ ਨੇ ਜਿਹੜੀਆਂ, ਉਹ ਹੁਣ ਸਕੂਲਾਂ ਕਾਲਜਾਂ ਵਿੱਚ ਜਾਂ ਹਾਇਰ ਐਜੂਕੇਸ਼ਨ ਵਿੱਚ ਵੱਧ ਜਾਣ ਲੱਗ ਗਈਆਂ ਤੇ ਇਸ ਕਰਕੇ ਮਤਲਬ ਉਹਨਾਂ ਦੀ ਸ਼ਮੂਲੀਅਤ ਘਟੀ ਹੈ। ਪਰ ਮੈਂ ਉਹਨੂੰ ਮੈਂ ਅੱਡ ਕਰਕੇ ਦੇਖਿਆ ਕਿ ਵੀ ਮੈਂ ਸੋਚ ਲਿਆ ਕਿ ਵੀ 29 ਸਾਲ ਤੋਂ ਬਾਅਦ, ਕਿਉਂਕਿ ਜਿਵੇਂ ਏਜ ਗਰੁੱਪ ਸਾਡੇ ਕੋਲੇ ਸਰਵੇ ਦੇ ਵਿੱਚ ਮੌਜੂਦ ਸੀਗੇ, ਵੀ ਮੰਨ ਲਓ ਵੀ 30 ਸਾਲ ਤੋਂ ਬਾਅਦ ਅਸੀਂ ਮਤਲਬ ਘੱਟ ਔਰਤਾਂ ਨੇ ਜਿਹੜੀਆਂ ਉਹ ਐਜੂਕੇਸ਼ਨ 'ਚ ਜਾਂਦੀਆਂ ਨੇ, ਤਾਂ ਜਿਹੜਾ ਤਾਂ ਮਤਲਬ 15 ਤੋਂ 29 ਸਾਲ ਦਾ ਜਿਹੜਾ ਏਜ ਗਰੁੱਪ ਹੈ ਉਹਦੇ ਵਿੱਚ ਤਾਂ ਉਹ ਅਸੀਂ ਇਸ ਗੱਲ ਨੂੰ ਜਸਟੀਫਾਈ ਕਰ ਸਕਦੇ ਹਾਂ ਵੀ ਜਿਹੜੀ ਗਿਰਾਵਟ ਹੋਈ ਹੈ ਵੀ ਉਨੀ ਕੀ ਵਾਧਾ ਸਕੂਲਾਂ 'ਚ ਐਜੂਕੇਸ਼ਨ ਦੇ ਵਿੱਚ ਹੋਇਆ। ਪਰ ਜਿਹੜਾ ਮਤਲਬ 30 ਸਾਲ ਤੋਂ ਬਾਅਦ ਵਾਲਾ ਜਿਹੜੀ ਵਾਲੇ ਏਜ ਗਰੁੱਪ ਵਿੱਚ ਗਿਰਾਵਟ ਹੁੰਦੀ ਹੈ ਉਹਦੇ ਵਿੱਚ ਐਜੂਕੇਸ਼ਨ ਦਾ ਹੈ ਹੀ ਨਹੀਂਗਾ। ਉਹਦੇ 'ਚੋਂ 11 ਮਿਲੀਅਨ ਔਰਤਾਂ ਨਿਕਲ ਗਈਆਂ, 11 ਮਿਲੀਅਨ ਔਰਤਾਂ ਨਿਕਲ ਗਈਆਂ, ਤੇ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਮੰਨ ਲਓ ਕੋਈ ਆਪਾਂ ਮੰਨ ਲਈਏ ਵੀ ਕੋਈ ਲੇਟ ਪੜ੍ਹਨ ਲੱਗਦੀ ਹੈ ਜਾਂ ਉਹ ਬਾਅਦ 'ਚੋਂ PhD ਵਗੈਰਾ ਕਰਦੀ ਹੈ ਜਾਂ MA ਵਗੈਰਾ ਕਰਦੀ ਹੈ, ਤਾਂ ਉਹ ਸਿਰਫ 0.2 ਮਿਲੀਅਨ ਨੇ। ਉਹਦੀ ਕੋਈ ਜਸਟੀਫਿਕੇਸ਼ਨ ਹੀ ਹੈ ਨਹੀਂ ਵੀ ਉਹ ਕਿੱਥੇ ਗਈਆਂ। ਉਹ ਜਿਹੜੀਆਂ ਔਰਤਾਂ ਨੇ ਉਹ ਲੇਬਰ ਫੋਰਸ ਦੇ ਵਿੱਚੋਂ ਵੀ ਨਿਕਲ ਗਈਆਂ, ਉਹ ਮਤਲਬ ਜ਼ਿਆਦਾ ਤੌਰ ਦੇ ਉੱਤੇ ਉਹ ਆਪਣੇ ਘਰੇਲੂ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ। ਤਾਂ ਜਿਹੜੀ ਗੱਲ ਮੈਂ ਇਹ ਕਹਿ ਰਹੀ ਸੀਗੀ ਕਿ ਵੀ ਜਦੋਂ ਮੈਂ ਕੰਮ ਨੂੰ ਪਰਿਭਾਸ਼ਿਤ ਕਰ ਰਹੀ ਸੀ ਤਾਂ ਮੈਂ ਇਹ ਕਹਿ ਰਹੀ ਸੀ ਕਿ ਉਹਨਾਂ ਦਾ ਜਦੋਂ ਅਸੀਂ ਕੰਮ ਨੂੰ ਜਦੋਂ ਇਸ ਹਿਸਾਬ ਨਾਲ ਪਰਿਭਾਸ਼ਿਤ ਕਰਾਂਗੇ ਤਾਂ ਫਿਰ ਉਹਨਾਂ ਦੀ ਜਿਹੜੀ ਹੈਗੀ ਆ ਪਾਰਟਿਸਪੇਸ਼ਨ ਉਹ ਕਿਤੇ ਜ਼ਿਆਦਾ ਹੈ, ਜੇ ਆਪਾਂ ਉਹਨੂੰ ਐ ਮੰਨ ਲਈਏ ਕਿ ਉਹ ਕੰਮ ਹੈ। ਜਦੋਂ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਘਰੇਲੂ ਕੰਮਾਂ ਵਿੱਚ ਲੱਗੀਆਂ ਰਹਿੰਦੀਆਂ ਨੇ, ਹੁਣ ਸ਼ਬਦ ਘਰੇਲੂ ਦੇ ਨਾਲ ਕੰਮ ਹੈ, ਹਾਂਜੀ, ਔਰ ਕੰਮ ਦੀ ਜਿਹੜੀ ਆ ਉਹ ਹਮੇਸ਼ਾ ਜਿਹੜੀ ਅਸੀਂ ਕਹਿ ਸਕਦੇ ਪੈਮਾਇਸ਼ ਹੈ ਉਹ ਪੈਸੇ ਨਾਲ ਕੀਤੀ ਜਾਂਦੀ ਹੈ ਕਿ ਉਸ ਕੰਮ ਤੋਂ ਕਿੰਨਾ ਪੈਸਾ ਅਸੀਂ ਬਣਾ ਰਹੇ ਹਾਂ ਜਾਂ ਬਚਾ ਰਹੇ ਹਾਂ ਜਾਂ ਪੈਦਾ ਕਰ ਰਹੇ ਹਾਂ। ਸੋ ਇਹ ਦੇਖਣ ਵਿੱਚ ਆਇਆ ਕਿ ਸਾਡੀਆਂ ਔਰਤਾਂ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ, ਖਾਸ ਤੌਰ ਤੇ ਕਿਉਂਕਿ ਪਿੰਡਾਂ ਵਿੱਚ ਖੇਤੀ ਵਾਲੇ ਪਰਿਵਾਰ ਨੇ, ਖੇਤਾਂ 'ਚ ਕੰਮ ਹੁੰਦਾ ਹੈ, ਘਰ ਦੇ ਵਿੱਚ ਕੰਮ ਹੁੰਦਾ ਹੈ, ਔਰਤਾਂ ਖਾਣਾ ਬਣਾ ਰਹੀਆਂ ਨੇ, ਮਰਦਾਂ ਲਈ ਉਹਨਾਂ ਦੇ ਕੱਪੜੇ ਧੋਤੇ ਜਾ ਰਹੇ ਨੇ, ਪਰਿਵਾਰਕ ਮੈਂਬਰਾਂ ਦੇ ਬੱਚੇ ਪਾਲੇ ਜਾ ਰਹੇ ਨੇ, ਬਜ਼ੁਰਗਾਂ ਨੂੰ ਸੰਭਾਲਿਆ ਜਾ ਰਿਹਾ, ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਔਰਤ ਪੜ੍ਹਾ ਵੀ ਰਹੀ ਹੈ ਨਾਲੇ ਕੰਮ ਵੀ ਕਰ ਰਹੀ ਹੈ। ਤੇ ਦੂਸਰੇ ਪਾਸੇ ਕੁਝ ਮਜ਼ਦੂਰ ਪਰਿਵਾਰ ਨੇ, ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ
ਉਹ ਖੇਤਾਂ 'ਚ ਵੀ ਜਾ ਕੇ ਕੰਮ ਕਰਦੀਆਂ ਨੇ ਨਾਲ ਮਰਦਾਂ ਦੇ। ਹੁਣ ਤੇ ਜਦੋਂ ਦੀ ਨਰੇਗਾ ਸ਼ੁਰੂ ਹੋਈ ਹੈ ਉਹ ਨਰੇਗਾ ਦੇ ਵਿੱਚ ਵੀ ਕੰਮ ਕਰਦੀਆਂ ਨੇ, ਕੁਝ ਔਰਤਾਂ ਫੈਕਟਰੀਜ਼ ਦੇ ਵਿੱਚ ਜਾ ਕੇ ਵੀ ਕੰਮ ਕਰਦੀਆਂ ਨੇ। ਇਹ ਜਿਹੜੀ ਉਹਨਾਂ ਦੀ ਇੱਕ ਆਰਥਿਕ ਗਤੀਵਿਧੀ ਹੈ, ਉਹਨਾਂ ਦੇ ਕੰਮ ਨੇ, ਇਹਨਾਂ ਦਾ ਕੋਈ ਲੇਖਾ ਜੋਖਾ ਨਹੀਂ। ਕਿਤੇ ਅਸੀਂ ਸਾਡੀ GDP ਦੇ ਵਿੱਚ ਗੱਲ ਕਰਦੇ ਹਾਂ, ਸਾਡੀ GDP ਇੰਨੀ ਵੱਧ ਗਈ, ਇੰਨੀ ਘਟ ਗਈ, ਜਾਂ ਇੰਡਸਟਰੀ ਦਾ ਇੰਨਾ ਯੋਗਦਾਨ ਹੈ, ਐਗਰੀਕਲਚਰ ਦਾ ਇੰਨਾ ਹੈ, ਸਰਵਿਸਿਜ਼ ਦਾ ਇੰਨਾ ਹੈ, ਇਹ ਕੰਮ ਨੂੰ ਕਿਤੇ ਨਹੀਂ ਗਿਣਿਆ ਜਾਂਦਾ। ਇਸ ਕੰਮ ਨੂੰ ਨਹੀਂ ਗਿਣਿਆ ਜਾਂਦਾ। ਇਹ ਮਤਲਬ ਇੰਟਰਸਟਿੰਗ ਗੱਲ ਹੈ ਵੀ ਇੱਥੇ ਤੱਕ ਕਿ ਵੀ ਤੁਸੀਂ ਕਿਉਂਕਿ ਆਰਥਿਕ ਮਾਹਿਰ ਹੋ, ਹਾਂਜੀ, ਤੁਹਾਡੇ ਅਨੁਸਾਰ ਕੀ, ਜਾਂ ਇਸ ਵਕਤ ਪੂਰੇ ਦੁਨੀਆ ਦੀ ਅਸੀਂ ਜੇ ਗੱਲ ਕਰੀਏ ਕਿ ਦੁਨੀਆ ਦੇ ਪੱਧਰ ਤੇ ਜਦੋਂ ਵੀ ਕਿਤੇ ਕਿਸੇ ਦੇਸ਼ ਦੇ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਕਿ ਔਰਤਾਂ ਦਾ ਜਿਹੜਾ ਇਹ ਖਿੱਤਾ ਹੈ ਕੰਮ ਕਰਨ ਵਾਲਾ, ਉਹਨਾਂ ਦਾ ਹਿੱਸਾ ਹੈ, ਇਹ ਕਿਤੇ ਨਹੀਂ ਗਿਣਿਆ ਜਾਂਦਾ। ਹਾਂ, ਇਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਦੋ ਤਜਰਬੇ ਸਾਂਝੇ ਕਰਨਾ ਚਾਹੁੰਦੀ ਹਾਂ ਵੀ ਇੱਕ ਦੋ ਸਾਡੇ ਜਿਹੜੇ ਮਤਲਬ ਅਸੀਂ ਜਿਹਨੂੰ ਅਸੀਂ ਸਮਾਂ ਸਰਵੇਖਣ ਕਹਿੰਦੇ ਹਾਂ, ਟਾਈਮ ਯੂਜ਼ ਸਰਵੇ ਕਿਹਾ ਜਾਂਦਾ, ਸਮਾਂ ਵਰਤੋਂ ਸਰਵੇਖਣ। ਤਾਂ ਸਮਾਂ ਵਰਤੋਂ ਸਰਵੇਖਣ ਸਾਡੇ ਕੋਲੇ ਇੱਕ ਸਾਊਥ ਕੋਰੀਆ ਦਾ ਤੇ ਇੱਕ ਅਮਰੀਕਾ ਦਾ, ਇਹ ਚੰਗੇ ਮੰਨੇ ਜਾਂਦੇ ਨੇ, ਜਿਹਦੇ ਵਿੱਚ ਕਿ ਔਰਤਾਂ ਦੇ ਸਾਰੇ ਕੰਮ ਦਾ ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਟਾਈਮ ਡਾਇਰੀ ਦਿੱਤੀ ਜਾਂਦੀ ਹੈ। ਵੀ ਜਿਵੇਂ ਮੈਂ ਤੁਹਾਨੂੰ ਕਹਾਂ ਕਿ ਵੀ ਤੁਸੀਂ ਮੈਨੂੰ ਮਤਲਬ ਵੀ ਇੱਕ ਪੂਰੇ ਹਫਤੇ ਦੀ ਮੈਨੂੰ ਆਪਣੀ ਹਰ ਸਮੇਂ ਦਾ ਜਿਹੜਾ ਹੈਗਾ ਡਾਇਰੀ ਬਣਾ ਕੇ ਦੇ ਦਿਓ ਕਿ ਤੁਸੀਂ ਕਿੰਨੇ ਸਮੇਂ ਤੋਂ ਕਿੰਨਾ ਸਮੇਂ ਕੁਛ ਕੀਤਾ, ਤੇ ਉਹ ਔਰਤਾਂ ਤੇ ਮਰਦਾਂ ਦੀ ਸਭ ਦੀ ਹੁੰਦੀ ਹੈ। ਤਾਂ ਉਹ ਇੱਕ ਮਤਲਬ ਚੰਗੇ ਆਪਾਂ ਇਹ ਕਹਿ ਦਈਏ ਕਿ ਸਾਡੇ ਕੋਲ ਇੱਕ ਮਾਡਲ ਹੈਗਾ ਜਿਨ੍ਹਾਂ ਨੂੰ ਅਸੀਂ ਮਤਲਬ ਵਰਤ ਸਕਦੇ ਹਾਂ। ਵੈਸੇ ਆਪਣੇ ਭਾਰਤ ਦੇ ਵਿੱਚ ਵੀ ਪਹਿਲਾਂ 1997 ਦੇ ਵਿੱਚ ਇਹ ਸਰਵੇ ਹੋਇਆ ਸੀਗਾ ਤੇ ਉਹ ਸਿਰਫ 6 ਸਟੇਟਸ ਦੇ ਵਿੱਚ ਕੀਤਾ ਸੀਗਾ ਤੇ ਉਹਨੂੰ ਅਸੀਂ ਪਾਇਲਟ ਸਰਵੇ ਕਹਿੰਦੇ ਸੀ। ਹੁਣ ਪਿਛਲੇ ਮਹੀਨੇ ਸਤੰਬਰ ਦੇ ਵਿੱਚ ਹੀ, ਸਤੰਬਰ ਦੇ ਅਖੀਰ ਦੇ ਵਿੱਚ ਸਾਡਾ ਟਾਈਮ ਯੂਜ਼ ਸਰਵੇ ਆ ਗਿਆ ਆਪਣੇ ਭਾਰਤ ਦਾ। ਤੇ ਪਰ ਗੱਲ ਇਹ ਹੈ ਕਿ ਵੀ ਉਹਦੇ ਵਿੱਚ ਸਮੇਂ ਦਾ ਤਾਂ ਉਹ ਹੈਗੀ ਆ, ਵਰਤੋਂ ਹੈਗੀ ਕਿ ਕੌਣ ਕਿਵੇਂ ਸਮਾਂ, ਉੱਤੇ ਤੁਸੀਂ ਜਦੋਂ ਉਹ ਸਰਵੇ ਦੇਖੋਗੇ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਔਰਤਾਂ ਨੇ ਜਿਹੜੀਆਂ ਉਹ ਆਦਮੀਆਂ ਨਾਲੋਂ ਕਿਤੇ ਜ਼ਿਆਦਾ ਕੰਮ ਕਰਦੀਆਂ ਨੇ। ਜਦੋਂ ਅਸੀਂ ਉਹਨਾਂ ਦਾ ਪੇਡ ਤੇ ਅਨਪੇਡ ਵਰਕ, ਅਸੀਂ ਜਿਵੇਂ ਤੁਸੀਂ ਆਪਾਂ ਮਜ਼ਦੂਰ ਔਰਤਾਂ ਦੀ ਗੱਲ ਕੀਤੀ ਤਾਂ ਮਜ਼ਦੂਰ ਔਰਤਾਂ ਨੇ ਖੇਤ ਵਿੱਚ ਵੀ ਕੰਮ ਕੀਤਾ, ਜਾਂ ਦੂਜੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਵੀ ਬਾਹਰ ਵੀ ਕੰਮ ਕੀਤਾ ਤੇ ਘਰੇ ਵੀ ਕੰਮ ਕੀਤਾ, ਤਾਂ ਉਹਨਾਂ ਦਾ ਉਹ ਕੰਮ ਦਾ ਜਿਹੜਾ ਹਿੱਸਾ ਹੈ ਉਹ ਬਹੁਤ ਵੱਡਾ ਬਣ ਜਾਂਦਾ। ਹੁਣ ਇਸ ਗੱਲ ਦੇ ਉੱਤੇ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਹੈ ਕਿ ਵੀ ਇਹਨੂੰ ਮਤਲਬ ਕਿਵੇਂ ਇਹਦੀ ਕੰਟਰੀਬਿਊਸ਼ਨ ਨੂੰ ਕਿਵੇਂ ਮਾਪਿਆ ਜਾਵੇ। ਤਾਂ ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਮਤਲਬ ਕੀਤਾ ਕਿ ਵੀ ਜੇ ਇਹ ਕੰਮ ਕਿਸੇ ਹੋਰ ਨੂੰ ਦਿੱਤਾ ਜਾਵੇ ਵੀ ਫਿਰ ਉਹਦੀ ਕੀ ਕਾਸਟ ਹੋਊਗੀ। ਤਾਂ ਅਸੀਂ ਮਿਨੀਮਮ ਵੇਜ ਪਾਏ, ਅਸੀਂ ਕੋਈ ਇਹ ਨਹੀਂ ਪਾਇਆ ਵੀ ਮੈਂ ਇਹ ਕਹਾਂ ਕਿ ਵੀ ਮੈਂ ਤਾਂ ਮਤਲਬ PhD ਹੋਲਡਰ ਹਾਂ, ਜੇ ਮੈਂ ਆਪਣੇ ਬੱਚੇ ਨੂੰ ਪੜ੍ਹਾਉਂਦੀ ਹਾਂ ਤਾਂ ਮੈਂ ਬੈਟਰ ਪੜ੍ਹਾਉਂਗੀ ਤੇ ਮੈਂ ਇਸ ਕਰਕੇ ਵੀ ਮੈਂ ਆਪਦੇ ਪੈਸੇ ਵੱਧ ਲਾ ਲਾਂ ਵੀ ਟਿਊਸ਼ਨ ਦੇ, ਹੈ ਨਾ। ਤੇ ਮੈਂ ਮਤਲਬ ਇਸ ਤਰ੍ਹਾਂ ਨਹੀਂ ਕੀਤਾ। ਮੈਂ ਸੋਚਿਆ ਵੀ ਟਿਊਸ਼ਨ ਦੀ ਜਿਹੜੀ ਹੈਗੀ ਆ ਮਿਨੀਮਮ ਪੇ ਜਾਂ ਜੋ ਪ੍ਰੀਵੇਲਿੰਗ ਵੇਜਸ ਨੇ ਵੀ ਉਹ ਦੇਖ ਲਓ। ਅਸੀਂ ਉਹ ਕੀਤਾ ਤੇ ਮਤਲਬ ਇਹ ਸਾਡਾ ਸਰਵੇ ਸੀਗਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦਾ। ਫਿਰ ਅਸੀਂ ਉਹਦੇ ਬੇਸ ਦੇ ਉੱਤੇ ਅਸੀਂ ਐਸਟੀਮੇਟ ਲਗਾਏ ਪੰਜਾਬ ਦੇ। ਤੁਸੀਂ ਹੈਰਾਨ ਮੰਨੋਗੇ ਕਿ ਜੇ ਆਪਾਂ ਉਹਨਾਂ ਦੀ ਉਸ ਕੰਟਰੀਬਿਊਸ਼ਨ ਨੂੰ ਮਾਪ ਲਈਏ ਤਾਂ ਪੰਜਾਬ ਦੀ ਜਿਹੜੀ ਸਟੇਟ ਡੋਮੈਸਟਿਕ ਪ੍ਰੋਡਕਟ ਆ ਉਹ 33% ਵੱਧ ਜਾਂਦੀ ਹੈ। ਵਾਹ, ਐਡੀ ਵੱਡੀ ਕੰਟਰੀਬਿਊਸ਼ਨ ਹੈ ਜੇ ਅਸੀਂ ਉਹਨਾਂ ਦੇ ਉਸ ਦਾ ਮੁੱਲ ਪਾਉਣ ਲੱਗ ਜਾਈਏ। ਹੁਣ ਇਹ ਪੇਪਰ ਮੈਂ ਆਪਣਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਪ੍ਰੈਜ਼ੈਂਟ ਕੀਤਾ ਜੀ। ਤੇ ਉੱਥੇ ਕਿੱਥੇ ਪੇਸ਼ ਕੀਤਾ ਸੀ? ਇਹ ਮੈਂ ਮਤਲਬ OECD ਦੀ ਜਿਹੜੀ ਕਿ ਸਾਡੇ ਮਤਲਬ ਸਿਸਟਮ ਆਫ ਨੈਸ਼ਨਲ ਅਕਾਊਂਟਸ ਬਣਾਉਂਦੇ ਨੇ, ਤਾਂ ਮੈਂ OECD ਪੈਰਿਸ ਦੇ ਉਹਦੇ ਵਿੱਚ ਹੈੱਡਕੁਆਰਟਰਸ ਦੇ ਵਿੱਚ ਇਹ ਪੇਪਰ ਪੇਸ਼ ਕੀਤਾ ਸੀਗਾ ਜੀ। ਤੇ ਉੱਥੇ ਇਸ ਗੱਲ ਦੇ ਉੱਤੇ ਭਰਵੀਂ ਬਹਿਸ ਹੋਈ ਇਸ ਗੱਲ ਦੇ ਉੱਤੇ ਵੀ ਇਹਨੂੰ ਨੈਸ਼ਨਲ ਇਨਕਮ ਅਕਾਊਂਟ ਦੇ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ। ਪਰ ਜਿਹੜੇ ਉਹ ਨੈਸ਼ਨਲ ਇਨਕਮ ਅਕਾਊਂਟ ਦੇ ਜਿੰਨੇ ਵੀ ਉਹ ਬੰਦੇ ਬੈਠੇ ਨੇ, ਜਦੋਂ ਇੰਟਰਨੈਸ਼ਨਲ ਕੰਪੈਰੀਜ਼ਨ ਦੇ ਨਾਂ ਦੇ ਉੱਤੇ ਉਹ ਇਹ ਤਾਂ ਮੰਨ ਜਾਂਦੇ ਨੇ ਕਿ ਵੀ ਇਹਦੇ ਤੁਸੀਂ ਸੈਟੇਲਾਈਟ ਅਕਾਊਂਟ ਬਣਾ ਲਓ। ਸੈਟੇਲਾਈਟ ਅਕਾਊਂਟ ਦਾ ਮਤਲਬ ਇਹ ਹੈ ਕਿ ਵੀ ਇੱਕ ਵੱਖਰਾ ਅਕਾਊਂਟ ਬਣਾ ਲਓ, ਇੱਕ ਵੱਖਰਾ ਅਕਾਊਂਟ ਬਣਾ ਲਓ ਮੇਨ ਨਾਲੋਂ, ਪਰ ਉਹਦੇ ਵਿੱਚ ਸ਼ਾਮਲ ਨਾ ਕਰੋ ਵੀ ਇਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਨੇ ਜੀ। ਤੇ ਇਹ ਮਤਲਬ ਇਸ ਗੱਲ ਦੇ ਉੱਤੇ ਲਗਾਤਾਰ ਮੈਂ ਉਸ ਐਸੋਸੀਏਸ਼ਨ ਦੀ ਮੈਂਬਰ ਵੀ ਹਾਂ। ਹਰੇਕ ਵਾਰੀ ਉਸ ਕਾਨਫਰੰਸਾਂ ਦੇ ਵਿੱਚ ਇਹਨਾਂ ਉੱਤੇ ਬਹਿਸ ਹੁੰਦੀ ਹੈ। ਹਮੇਸ਼ਾ ਉਹ ਇਸ ਗੱਲ ਵਾਸਤੇ ਬਹੁਤ ਜਿੱਦੀ ਨੇ ਕਿ ਵੀ ਨੈਸ਼ਨਲ ਇਨਕਮ ਅਕਾਊਂਟ ਹੈ ਜਿਹੜਾ ਉਹ ਵੱਖਰਾ ਰਹੂਗਾ, ਕਿਉਂਕਿ ਉਹਦਾ ਜਿਹੜਾ ਦਾਇਰਾ ਹੈ ਉਹ ਸਾਡੀ ਇਕਨੋਮਿਕ ਐਕਟੀਵਿਟੀ ਹੈ। ਡਾਕਟਰ ਅਨੁਪਮਾ, ਜਿਵੇਂ ਤੁਹਾਡੇ ਨਾਲ ਵਿਸਥਾਰ 'ਚ ਤੁਸੀਂ ਗੱਲ ਕੀਤੀ ਹੈ ਤਾਂ ਕੁਝ ਗੱਲਾਂ ਬੜੀਆਂ ਸਪਸ਼ਟ ਹੁੰਦੀਆਂ ਕਿ ਜਿੰਨਾ ਕੁਝ ਅਸੀਂ ਪਿਛਲੇ ਸਮੇਂ ਦੇ ਵਿੱਚ ਕਰ ਲਿਆ, ਸਰਕਾਰਾਂ ਨੇ ਸਕੀਮਾਂ ਸਮਾਜਿਕ ਤੌਰ ਦੇ ਉੱਤੇ ਜਾਂ ਹੋਰ ਪੱਧਰ ਦੇ ਉੱਤੇ ਕੰਮ ਹੋਇਆ, ਤਾਂ ਔਰਤ ਦੀ ਅੱਗੇ ਨਾਲੋਂ ਸਥਿਤੀ ਤਾਂ ਸੁਧਰੀ ਹੈ। ਇਹ ਤਾਂ ਇਹਦੇ ਉੱਤੋਂ ਤਾਂ ਸਾਨੂੰ ਜਿਹੜਾ ਮੁਨਕਰ ਨਹੀਂ ਅਸੀਂ ਹੁੰਦੇ, ਪਰ ਜਿਸ ਹਿਸਾਬ ਨਾਲ ਦੂਸਰੇ ਸੈਕਟਰ ਅੱਗੇ ਆਏ ਆ ਉਸ ਹਿਸਾਬ ਨਾਲ ਸਾਡੀ ਪੇਂਡੂ ਔਰਤ ਹੈ ਜਿਹੜੀ ਉਹ ਅੱਗੇ ਨਹੀਂ ਆ ਸਕੀ। ਹਾਂਜੀ, ਇਹ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਆ ਬਿਲਕੁਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ। ਤੁਹਾਨੂੰ ਕੀ ਲੱਗਦਾ ਕਿ ਹੁਣ ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ ਸਰਕਾਰੀ ਪੱਧਰ ਦੇ ਉੱਤੇ ਕੀ ਕੁਝ ਕੀਤਾ ਜਾਵੇ ਤਾਂ ਕਿ ਅਸੀਂ ਉਸ ਇੱਕ ਵੱਖਰਾ ਵਰਗ ਹੈ ਜਿਹੜਾ ਉਹਨੂੰ ਹਾਲੇ ਬਹੁਤ ਕੁਝ ਤੋਂ ਉਹ ਤਰਸ ਰਿਹਾ, ਹਾਲੇ ਉਹ ਵੀ ਜ਼ਿੰਦਗੀ ਨੂੰ ਮਾਣ ਸਕੇ ਤੇ ਉਹਦਾ ਜਿਹੜਾ ਹਿੱਸਾ ਹੈ ਉਹ ਸਾਡੀ ਰਾਸ਼ਟਰੀ ਇਨਕਮ ਦੇ ਵਿੱਚ ਵੀ ਸ਼ਾਮਲ ਹੋ ਕੇ ਅਸੀਂ
ਜਿਹੜਾ ਉਹ ਹੋਰ ਢੰਗ ਨਾਲ ਸਾਡੀ ਇਨਕਮ ਨੂੰ ਵੇਖ ਸਕੀਏ? ਹਾਂਜੀ, ਇਹਦੇ 'ਚ ਮੈਂ ਅਸਲ 'ਚ ਮੇਰੇ ਦਿਮਾਗ 'ਚ 2-3 ਗੱਲਾਂ ਮੈਂ ਇਸ ਬਾਰੇ ਕਹਿ ਸਕਦੀ ਹਾਂ ਸਾਰੇ ਵੀ ਜਿਨ੍ਹਾਂ ਨੂੰ ਕਿ ਤੁਸੀਂ ਪਹਿਲਾਂ ਸ਼ਾਇਦ ਵੱਖਰੀਆਂ ਲੱਗਣਗੀਆਂ, ਬਾਅਦ 'ਚੋਂ ਆਪਾਂ ਇਹਨਾਂ ਨੂੰ ਜੋੜ ਸਕਦੇ ਹਾਂ। ਪਹਿਲੀ ਗੱਲ ਤਾਂ ਮਤਲਬ ਮੈਂ ਇਹ ਕਹਿੰਦੀ ਹਾਂ ਕਿ ਵੀ ਜਿਸ ਪੱਧਰ ਦੇ ਉੱਤੇ ਸਾਡੀ ਅਰਥ ਵਿਵਸਥਾ ਸਾਡੀ ਵਿਕਸਿਤ ਹੋਈ ਹੈ, ਉਸ ਪੱਧਰ ਦੇ ਉੱਤੇ ਜਿਹੜਾ ਆਮ ਤਬਕਾ ਹੈ, ਮਰਦ ਵੀ ਤੇ ਔਰਤ ਵੀ, ਉਹਨਾਂ ਦੀ ਇੰਪਰੂਵਮੈਂਟ ਉਨੀ ਨਹੀਂ ਹੋਈ ਜੀ, ਦੋਹਾਂ ਦੀ ਹੋਈ। ਮਤਲਬ ਸਾਡਾ ਜਿਹੜਾ ਆਮ ਤਬਕਾ ਹੈ, ਜੇ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਵੀ 99% ਵਰਸਸ 1%, ਹੈ ਨਾ, ਤਾਂ ਜਿਹੜੇ ਉਹ 99% ਨੇ ਉਹ ਬਹੁਤਿਆਂ ਦੀ ਹਾਲਤ ਜਿਹੜੀ ਹੈਗੀ ਆ ਤੁਲਨਾਤਮਕ ਰੂਪ ਦੇ ਵਿੱਚ ਸਭ ਠੀਕ ਹੈ। ਮਤਲਬ ਸਾਨੂੰ ਐਬਸੋਲੂਟਲੀ ਸਾਨੂੰ ਲੱਗਦਾ ਵੀ ਆਪਾਂ ਬੈਟਰ ਹੋ ਗਏ, ਆਪਣੀ ਆਮਦਨਾਂ ਵੱਧ ਗਈਆਂ, ਆਪਣੇ ਕੋਲ ਬਹੁਤ ਪਹਿਲਾਂ ਦੇ ਮੁਕਾਬਲੇ ਸਾਡੇ ਕੋਲ ਸਾਡਾ ਸਟੈਂਡਰਡ ਆਫ ਲਿਵਿੰਗ ਸਾਡਾ ਵਧੀਆ ਹੋ ਗਿਆ ਸਾਰਿਆਂ ਦਾ, ਤੇ ਔਰਤਾਂ ਦਾ ਵੀ ਵਧੀਆ ਹੋਇਆ। ਪਰ ਜੇ ਆਪਾਂ ਉਹਨੂੰ ਤੁਲਨਾ ਓਵਰਆਲ ਇਕੋਨਮੀ ਦੀ ਤੁਲਨਾ ਦੇ ਰੂਪ 'ਚ ਦੇਖੀਏ ਤਾਂ ਆਮ ਲੋਕਾਂ ਦਾ ਨਹੀਂ ਵਧਿਆ। ਡਾਕਟਰ ਸਾਹਿਬ ਸਾਡੇ ਕੋਲ ਕਿਉਂਕਿ ਟਾਈਮ ਥੋੜਾ, ਅਸੀਂ ਚਾਹਾਂਗੇ ਕਿ ਤੁਸੀਂ ਪੁਆਇੰਟਸ ਜਿਹੜੇ ਆ ਕੁਝ ਸਾਡੇ ਨਾਲ ਸਾਂਝੇ ਕਰ ਲਓ। ਤੇ ਇਸ ਸੰਦਰਭ ਦੇ ਵਿੱਚ ਜੇ ਆਪਾਂ ਇਕੱਲਾ ਔਰਤਾਂ ਦੇ ਕੇਸ ਦੇ ਵਿੱਚ ਆਪਾਂ ਇਹ ਕਹੀਏ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਵੀ ਜਿਹੜਾ ਔਰਤਾਂ ਦੀ ਉਸ ਗੱਲ ਦਾ ਮੁੱਲ ਪਾਉਣ ਵਾਸਤੇ ਪਹਿਲੀ ਗੱਲ ਹੈ ਕਿ ਵੀ ਉਹਨਾਂ ਦੇ ਕੰਮ ਨੂੰ ਪਛਾਣਿਆ ਜਾਵੇ, ਰਿਕੋਗਨਾਈਜ਼ ਕੀਤਾ ਜਾਵੇ। ਮੈਨੂੰ 3 R ਕਹਿੰਦੀ ਹੁੰਦੀ ਆ, ਹੈ ਨਾ, ਵੀ ਉਹਨਾਂ ਨੂੰ ਪਹਿਲਾਂ ਰਿਕੋਗਨਾਈਜ਼ ਕਰੋ, ਫਿਰ ਉਹਨੂੰ ਤੁਸੀਂ ਰੀਡਿਸਟ੍ਰੀਬਿਊਟ ਕਰੋ। ਉਹ ਜਿਹੜੀ ਰੀਡਿਸਟ੍ਰੀਬਿਊਸ਼ਨ ਹੈ ਉਹ ਘਰ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਹੋ ਸਕਦੀ ਹੈ, ਵੀ ਸਭ ਦੇ ਵਿੱਚ ਮਤਲਬ ਮੁੰਡਿਆਂ ਤੇ ਕੁੜੀਆਂ ਵਿੱਚ ਬਰਾਬਰ ਦਾ ਵੰਡਿਆ ਜਾਵੇ। ਉਹ ਰੀਡਿਸਟ੍ਰੀਬਿਊਸ਼ਨ ਫੈਮਿਲੀ ਤੇ ਸਰਕਾਰ ਵਿੱਚ ਵੀ ਹੋ ਸਕਦੀ ਹੈ, ਵੀ ਜਿਵੇਂ ਸਰਕਾਰ ਹੈ ਜਿਹੜੀ ਉਹਦੇ ਕੁਝ ਹਿੱਸੇ ਸਾਂਭੇ। ਜਿਵੇਂ ਮੰਨ ਲਓ ਕਿ ਜੇ ਸਾਡੇ ਕੋਲੇ ਕ੍ਰੈਸ਼ ਹੈਗੇ ਆ, ਸਾਡੇ ਕੋਲੇ ਸਰਕਾਰ ਉਹਦੀ ਮਤਲਬ ਇਨਫਰਾਸਟ੍ਰਕਚਰ ਦੀ ਮਤਲਬ ਟਰਾਂਸਪੋਰਟੇਸ਼ਨ ਹੈ ਜਿਹੜੀ ਉਹ ਸ਼ੋਰ ਕਰ ਦਿੰਦੀ ਹੈ, ਤਾਂ ਉਹਦੀ ਮੋਬਿਲਿਟੀ ਸੌਖੀ ਹੋ ਜਾਊਗੀ। ਤੀਸਰਾ ਡਾਕਟਰ ਸਾਹਿਬ ਕਿਹੜਾ ਹੈ? ਤੀਸਰਾ ਹੈਗਾ ਰਿਡਿਊਸ ਕਰਨ ਦਾ, ਜੀ, ਘਟਾਇਆ ਜਾਵੇ, ਰੀਡਿਸਟ੍ਰੀਬਿਊਟ ਕਰਨ ਦਾ, ਇੱਕ ਘਟਾਇਆ ਜਾਵੇ। ਹੁਣ ਜਿਹੜਾ ਘਟਾਉਣ ਦੇ ਵਿੱਚ ਹੈ ਕਿ ਵੀ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਬਹੁਤ ਸਾਰੀਆਂ ਮੈਕਨਾਈਜੇਸ਼ਨ ਦੇ ਤਰੀਕੇ ਨਾਲ। ਜਿਵੇਂ ਮੈਂ ਮਤਲਬ ਵੀ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਰਿਡਿਊਸ ਕਿਵੇਂ ਕੀਤਾ ਜਾ ਸਕਦਾ ਹੈ, ਵੀ ਪਹਿਲਾਂ ਔਰਤਾਂ ਦਾ ਟਾਈਮ ਹੈ ਜਿਹੜਾ ਉਹ ਪਾਣੀ ਲੈਣ ਦੇ ਵਿੱਚ ਬਹੁਤ ਵੇਸਟ ਹੁੰਦਾ ਸੀਗਾ, ਤੇ ਸਰਕਾਰ ਨੇ ਜਦੋਂ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਸ਼ੁਰੂ ਕਰਤੀਆਂ, ਜੇ ਸਰਕਾਰ LPG ਹੈ ਜਿਹੜੀ ਉਹ ਪ੍ਰਦਾਨ ਕਰਨ ਲੱਗ ਜਾਂਦੀ ਹੈ ਤਾਂ ਬਾਲਣ ਇਕੱਠਾ ਕਰਨ ਦਾ ਸਮਾਂ ਘਟ ਜਾਂਦਾ। ਜੀ ਜੀ, ਬਿਲਕੁਲ ਤੁਹਾਡੀ ਗੱਲ ਪਾਣੀ ਦਾ ਇਕੱਠਾ ਕਰਨ ਦਾ ਸਮਾਂ ਘਟ ਜਾਂਦਾ। ਬਹੁਤ ਸਪਸ਼ਟ ਹੋ ਗਈ ਤੁਹਾਡੀ ਗੱਲ, ਕਿਉਂਕਿ ਸਮਾਂ ਸਾਡੇ ਕੋਲ ਇਜਾਜ਼ਤ ਨਹੀਂ ਦਿੰਦਾ, ਪਰ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਪਹਿਲਾਂ ਤੇ ਅਸੀਂ ਇਸ ਗੱਲ ਨੂੰ ਮੰਨੀਏ ਕਿ ਜਿਹੜਾ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੀ ਸਾਡੇ ਸਮਾਜ ਦੇ ਵਿੱਚ, ਸਾਡੀ ਆਰਥਿਕਤਾ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ। ਪਹਿਲਾਂ ਤੇ ਇਸ ਗੱਲ ਨੂੰ ਮੰਨੀਏ ਅਸੀਂ। ਦੂਸਰੀ ਗੱਲ ਹੈ ਕਿ ਉਹਦੇ ਕੰਮ ਨੂੰ ਵੰਡਿਆ ਜਾਵੇ, ਪਰਿਵਾਰਕ ਤੌਰ ਤੇ ਵੀ, ਸਰਕਾਰ ਵੀ ਕੰਮ ਵੰਡਾਵੇ। ਔਰ ਤੀਸਰਾ ਕਿ ਉਹਦੇ ਕੰਮ ਦੇ ਬੋਝ ਨੂੰ ਘਟਾਇਆ ਜਾਵੇ। ਸੋ ਇਹ ਬਹੁਤ ਵਧੀਆ ਗੱਲ ਹੈ, ਔਰ ਇਹਦੇ ਮੈਂ ਸਮਝਦਾ ਕਿ ਸਾਡੇ ਜਿਹੜੇ ਦਰਸ਼ਕ ਹੈ ਉਹ ਵੀ ਇਸ ਗੱਲ ਨੂੰ ਸਮਝਦੇ ਆ ਹੋਣਗੇ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਨਾਂ ਤਿੰਨਾਂ ਹੀ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਔਰਤਾਂ ਨੇ, ਖਾਸ ਤੌਰ ਤੇ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਨੇ, ਚਾਹੇ ਸ਼ਹਿਰ ਦੀਆਂ ਵੀ ਨੇ, ਪਰ ਜਿਹੜੇ ਖਾਸ ਤੌਰ ਤੇ ਪਿੰਡਾਂ ਦੇ, ਕਿ ਉਹਨਾਂ ਨੂੰ ਵੀ ਜ਼ਿੰਦਗੀ ਦੇ ਜਿਉਣ ਦੇ ਸਾਰੇ ਮੌਕੇ ਜਿਹੜੇ ਉਹ ਮਿਲਣ, ਕਿਉਂਕਿ ਜ਼ਿੰਦਗੀ ਸਾਰਿਆਂ ਦੇ ਲਈ ਇੱਕੋ ਜਿਹੀ ਹੈ। ਇਸ ਧਰਤੀ ਦੇ ਉੱਤੇ ਅਸੀਂ ਜਿੰਨੇ ਵੀ ਲੋਕ ਪੈਦਾ ਹੁੰਦੇ ਹਾਂ ਸਾਰੇ ਸਾਡੇ ਬਰਾਬਰ ਦੇ ਹੱਕ ਨੇ ਜਿਉਣ ਦੇ। ਸੋ ਉਹਨਾਂ ਨੂੰ ਅਸੀਂ ਉਸ ਹੱਕ ਤੋਂ ਵਿਰਵੇ ਕਰ ਰਹੇ ਹਾਂ, ਤਾਂ ਉਹਦੇ ਲਈ ਸਾਡੀ ਮਦਦ ਦੀ ਲੋੜ ਹੈ ਕਿ ਅਸੀਂ ਉਹਨਾਂ ਨੂੰ ਪਹਿਚਾਣੀਏ, ਉਹਨਾਂ ਦੀ ਮਦਦ ਕਰੀਏ, ਔਰ ਉਹਨਾਂ ਦੇ ਕੰਮਾਂ ਨੂੰ ਅਸੀਂ ਜਿਹੜਾ ਭਾਰ ਘਟਾਈਏ, ਤਾਂ ਕਿ ਉਹ ਸਰਕਾਰੀ ਸਕੀਮਾਂ ਦਾ ਫਾਇਦਾ ਉਠਾ ਕੇ ਅੱਗੇ ਆ ਸਕਣ। ਔਰ ਸਰਕਾਰਾਂ ਦੇ ਜਿਹੜੇ ਮੰਤਵ ਨੇ ਕਿ ਔਰਤ ਨੂੰ ਅਸੀਂ ਅੱਗੇ ਲੈ ਕੇ ਆਉਣਾ, ਬੇਟੀ ਬਚਾਓ ਬੇਟੀ ਪੜ੍ਹਾਓ ਦੀ ਜਿਹੜੀ ਗੱਲ ਹੁੰਦੀ ਹੈ ਉਹ ਸਾਰਿਆਂ ਤੱਕ ਪਹੁੰਚ ਸਕਣ, ਇਹ ਆਸ ਕਰਦੇ ਹਾਂ ਕਿ ਅਸੀਂ ਸਾਰੇ ਇਹਦੇ ਵਿੱਚ ਸਹਿਯੋਗ ਪਾਵਾਂਗੇ। ਡਾਕਟਰ ਅਨੁਪਮਾ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਤੁਹਾਡਾ।